ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਅਰਥ-ਬੋਧ ਦੀ ਪਹਿਲੀ ਕਿਸ਼ਤ ਵਿੱਚ ਸਾਰਿਆਂ ਦਾ ਨਿੱਘਾ ਸਵਾਗਤ ਹੈ। ਇਸ ਵੀਡੀਓ ਵਿੱਚ ਅਸੀਂ ਸੋਹਿਲਾ ਸਾਹਿਬ ਦੀ ਬਾਣੀ ਦੇ ਅਰਥ ਵਿਚਾਰਾਂਗੇ। ਸੋਹਿਲਾ ਸਾਹਿਬ ਦੀ ਬਾਣੀ ਦਾ ਭਾਗ ਪਹਿਲਾ। ਸੋਹਿਲਾ ਸਾਹਿਬ ਜੀ ਦੀ ਬਾਣੀ ਵਿੱਚ ਆਏ ਪਹਿਲੇ ਸ਼ਬਦ ਦੇ ਵਿੱਚ ਜਿਹੜੇ ਕੁਝ ਔਖੇ ਸ਼ਬਦ ਨੇ, ਆਓ ਉਹਨਾਂ ਦੇ ਅਰਥਾਂ ਦੇ ਨਾਲ ਜਾਣ ਪਛਾਣ ਕਰ ਲਈਏ। ਸੋਹਿਲੇ ਦਾ ਅਰਥ ਹੈ ਸੁਹਾਗ ਦਾ ਗੀਤ ਜਾਂ ਖੁਸ਼ੀ ਦਾ ਗੀਤ। ਖਾਸ ਤੌਰ ਤੇ ਵਿਆਹ ਦੇ ਮੌਕਿਆਂ ਤੇ ਜਿਹੜੇ ਲੇਡੀਜ਼ ਵੱਲੋਂ, ਬੀਬੀਆਂ ਵੱਲੋਂ ਗੀਤ ਗਾਏ ਜਾਂਦੇ ਨੇ, ਉਹਨਾਂ ਨੂੰ ਸੁਹਾਗ ਦਾ ਗੀਤ ਕਿਹਾ ਜਾਂਦਾ ਹੈ। ਕੀਰਤ ਤੱਤੇ ਨੂੰ ਸਿਹਾਰੀ ਹੈ, ਅਰਥਾਤ ਕੀਰਤੀ, ਅਰਥਾਤ ਸਿਫਤ ਸਲਾਹ, ਅਰਥਾਤ ਗੁਣਾਂ ਦਾ ਗਾਉਣਾ। ਸਿਮਰੋ, ਸਿਮਰੋ ਦਾ ਅਰਥ ਹੈ ਸਿਮਰੋ, ਚੇਤੇ ਕਰੋ, ਸਿਮਰਨ ਕਰੋ। ਸ਼ੁਮਾਰ ਦਾ ਅਰਥ ਹੈ ਅੰਦਾਜ਼ਾ ਜਾਂ ਗਿਣਤੀ ਜਾਂ ਓੜਕ ਜਾਂ ਅੰਤ, ਕਿਸੇ ਚੀਜ਼ ਦਾ ਹਿਸਾਬ ਕਿਤਾਬ ਲਗਾਉਣਾ। ਸੰਬਤ ਦਾ ਅਰਥ ਹੈ ਸਾਲ ਜਾਂ ਵਰਾ, ਤੇ ਸਾਹਾ ਦਾ ਅਰਥ ਹੈ ਵਿਆਹ ਵਾਲਾ ਦਿਨ। ਪਾਹੁਚਾ ਦਾ ਅਰਥ ਹੈ ਸਾਹੇ ਚਿੱਠੀ ਜਾਂ ਸੱਦਾ ਪੱਤਰ, ਤੇ ਸੱਦੜੇ ਦਾ ਅਰਥ ਹੈ ਸੱਦੇ, ਇਨਵੀਟੇਸ਼ਨ। ਸੋ ਸ਼ੁਰੂਆਤ ਵਿੱਚ ਟਾਈਟਲ ਹੈ ਸੋਹਿਲਾ, ਬਾਣੀ ਦਾ ਨਾਮ ਹੈ, ਜੋ ਕਿ ਸਾਰਿਆਂ ਨੂੰ, ਜਗਿਆਸੂਆਂ ਨੂੰ, ਸਿੱਖਾਂ ਨੂੰ ਰਾਤੀ ਸੌਣ ਤੋਂ ਪਹਿਲੇ ਪੜ੍ਹਨ ਦੀ ਹਿਦਾਇਤ ਹੈ। ਰਾਗ ਗੌੜੀ ਦੀਪਕੀ। ਇਹ ਜਿਹੜਾ ਸ਼ਬਦ ਹੈ ਇਹ ਗੌੜੀ ਰਾਗ ਵਿੱਚ, ਜਿਹਦੀ ਕਿਸਮ, ਗੌੜੀ ਦੀ ਕਿਸਮ ਹੈ ਦੀਪਕੀ, ਗੌੜੀ ਦੀਪਕੀ ਵਿੱਚ ਹੈ। ਮਹਿਲਾ ਪਹਿਲਾ। ਮਹਿਲਾ ਦਾ ਅਰਥ ਹੈ ਸਰੀਰ, ਅਰਥਾਤ ਪਹਿਲਾ ਨਾਨਕ। ਮਹਿਲਾ ਪਹਿਲਾ ਅਰਥਾਤ ਇਹ ਸ਼ਬਦ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਪਰਮਾਤਮਾ ਅਕਾਲ ਪੁਰਖ ਇੱਕ ਹੈ ਤੇ ਇੱਕ ਰਸ ਆਪਣੀ ਕਾਇਨਾਤ ਵਿੱਚ, ਰਚਨਾ ਵਿੱਚ ਵਿਆਪਕ ਹੈ। ਸਤਿਗੁਰ ਪ੍ਰਸਾਦ, ਇਹੋ ਜਿਹੇ ਵਾਹਿਗੁਰੂ ਦੇ ਦਰਸ਼ਨ, ਵਾਹਿਗੁਰੂ ਦੇ ਨਾਲ ਸਾਂਝ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦੀ ਹੈ। ਜੈ ਘਰ ਕੀਰਤ ਆਖੀਐ। ਜੈ ਘਰ ਅਰਥਾਤ ਜਿਸ ਘਰ ਵਿੱਚ, ਰਾਰੇ ਨੂੰ ਸਿਹਾਰੀ ਹੈ ਘਰ ਵਿੱਚ, ਅਰਥਾਤ ਜਿਸ ਸਤ ਸੰਗ ਰੂਪੀ ਘਰ ਵਿੱਚ ਕੀਰਤ ਆਖੀ ਹੈ, ਕੀਰਤੀ ਆਖੀ ਜਾਂਦੀ ਹੈ। ਅਕਾਲ ਪੁਰਖ ਪਰਮਾਤਮਾ ਦੀ ਸਿਫਤ ਸਲਾਹ ਗਾਈ ਜਾਂਦੀ ਹੈ, ਬੋਲੀ ਜਾਂਦੀ ਹੈ। ਕਰਤੇ ਕਾ ਹੋਈ ਵਿਚਾਰੋ। ਕਰਤਾ ਅਰਥਾਤ ਕਰਨ ਵਾਲਾ ਵਾਹਿਗੁਰੂ ਅਕਾਲ ਪੁਰਖ, ਕਰਤਾਰ ਦੇ ਗੁਣਾਂ ਦੀ ਵਿਚਾਰ ਹੁੰਦੀ ਹੈ। ਤਿਤ ਘਰ, ਉਸ ਘਰ ਵਿੱਚ, ਹੇ ਮੇਰੀ ਜਿੰਦੇ, ਹੇ ਮੇਰੇ ਮਨ, ਤੂੰ ਵੀ ਉਸ ਸਤ ਸੰਗ ਰੂਪੀ ਘਰ ਵਿੱਚ ਜਾ ਕੇ ਗਾਵੋ ਸੋਹਿਲਾ, ਸੁਹਾਗ ਦਾ, ਖੁਸ਼ੀ ਦਾ ਗੀਤ ਗਾ, ਅਰਥਾਤ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਇਆ ਕਰ। ਸਿਮਰੋ ਸਿਰਜਣਹਾਰੋ, ਤੇ ਜਿਸ ਪਰਮਾਤਮਾ ਨੇ ਤੈਨੂੰ ਸਿਰਜਿਆ ਹੈ, ਤੈਨੂੰ ਸਾਜਿਆ ਹੈ, ਤੈਨੂੰ ਨਿਵਾਜਿਆ ਹੈ, ਜੋ ਸਾਰੇ ਬ੍ਰਹਿਮੰਡ ਦਾ ਸਿਰਜਣਹਾਰ ਹੈ, ਉਸ ਨੂੰ ਸਿਮਰੋ। ਹੇ ਮੇਰੀ ਜਿੰਦੇ, ਉਸ ਪਰਮਾਤਮਾ ਨੂੰ ਚੇਤੇ ਕਰ। ਤੁਮ ਗਾਵੋ ਮੇਰੇ ਨਿਰਭਉ ਕਾ ਸੋਲਾ। ਹੇ ਭਾਈ, ਤੁਸੀਂ ਮੇਰੇ ਨਿਰਭਉ ਅਕਾਲ ਪੁਰਖ ਪਰਮਾਤਮਾ ਦਾ ਜੋ ਨਿਰਭਉ ਹੈ, ਉਹਦਾ ਸੋਹਿਲਾ ਗਾਓ, ਉਹਦੇ ਖੁਸ਼ੀ ਦੇ, ਉਹਦੇ ਨਾਲ ਮਿਲਾਪ ਦੇ ਗੀਤ ਗਾਓ। ਹਉ ਵਾਰੀ ਜਿਤ ਸੋਹਲਾ, ਤੇ ਨਾਲ ਆਖੋ ਕਿ ਮੈਂ ਉਹ ਗੁਰਬਾਣੀ ਤੋਂ, ਉਹ ਸਿਫਤ ਸਲਾਹ ਦੇ ਗੀਤਾਂ ਤੋਂ, ਉਸ ਸੋਹਿਲੇ ਤੋਂ ਕੁਰਬਾਨ ਜਾਂਦੀ ਹਾਂ, ਵਾਰੀ ਜਾਂਦੀ ਹਾਂ। ਚਿਤ ਸੋਹਿਲਾ, ਜਿਸ ਸੋਹਿਲੇ ਦੇ ਸਦਕਾ ਸਦਾ ਸੁਖ ਹੋਏ, ਸਦੀਵੀ ਸੁਖ ਪ੍ਰਾਪਤ ਹੁੰਦਾ ਹੈ। ਇਹ ਸ਼ਬਦ ਦਾ ਰਹਾਉ ਦਾ ਬੰਧ ਹੈ, ਅਰਥਾਤ ਸ਼ਬਦ ਦਾ ਕੇਂਦਰੀ ਭਾਵ ਹੈ। ਨਿਤ ਨਿਤ। ਨਿਤ ਨਿਤ ਦਾ ਅਰਥ ਹੈ ਰੋਜ਼ ਰੋਜ਼, ਅਰਥਾਤ ਹਮੇਸ਼ਾ। ਜੀੜੇ ਅਰਥਾਤ ਜੀਵ, ਸੰਭਾਲੀਅਨ, ਉਹ ਵਾਹਿਗੁਰੂ ਸੰਭਾਲਦਾ ਹੈ, ਦੇਖੇਗਾ, ਦੇਖ ਰੇਖ ਕਰਦਾ ਹੈ, ਕਰੇਗਾ। ਦੇਵਨਹਾਰ, ਦੇਣ ਵਾਲਾ, ਉਹ ਦੇਵਨਹਾਰ ਪ੍ਰਭੂ ਪਰਮਾਤਮਾ ਜੋ ਸਾਰੀਆਂ ਦਾਤਾਂ ਦਿੰਦਾ ਹੈ,
ਉਹ ਹਰ ਵੇਲੇ ਹਰ ਰੋਜ਼ ਹਮੇਸ਼ਾ ਆਪਣੇ ਜੀਵਾਂ ਨੂੰ ਸੰਭਾਲਦਾ ਹੈ, ਉਹਨਾਂ ਦੀ ਦੇਖ ਰੇਖ ਕਰਦਾ ਹੈ ਤੇ ਆਉਣ ਵਾਲੇ ਸਮੇਂ 'ਚ ਵੀ ਕਰਦਾ ਰਹੇਗਾ। ਹੇ ਮੇਰੀ ਜਿੰਦੇ ਤੇਰੇ ਤੇਰੇ ਦਾਨੇ ਕੀਮਤ ਨਾ ਪਵੈ। ਹੇ ਮੇਰੀ ਜਿੰਦੇ ਤੇਰੇ ਕੋਲੋਂ, ਇੱਥੇ ਤੇਰੇ ਦਾ ਅਰਥ ਹੈ ਤੇਰੇ ਕੋਲੋਂ ਦਾਨੇ ਕੀਮਤ ਨਾ ਪਵੈ। ਪਰਮਾਤਮਾ ਦੇ ਦਿੱਤੇ ਹੋਏ ਜਿਹੜੇ ਦਾਨ ਨੇ ਉਹਨਾਂ ਦੀ ਕੀਮਤ ਤੇਰੇ ਕੋਲੋਂ ਨਹੀਂ ਪੈ ਸਕਦੀ। ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ, ਉਹ ਬੇਅੰਤ ਨੇ। ਤੇ ਜੇ ਦਾਤਾਂ ਦੀ ਕੀਮਤ ਨਹੀਂ ਪੈ ਸਕਦੀ ਤਿਸ ਦਾਤੇ ਕਮਨ ਸ਼ੁਮਾਰ, ਤੇ ਉਸ ਦਾਤੇ ਦਾ ਕੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ, ਉਸ ਦਾਤੇ ਦੇ ਬਾਰੇ ਕੀ ਕਿਹਾ ਜਾ ਸਕਦਾ ਹੈ, ਉਹ ਕਿੰਨਾ ਵੱਡਾ ਹੈ। ਜਿਸ ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਦਾ ਕੋਈ ਮੁੱਲ ਨਹੀਂ ਪੈ ਸਕਦਾ, ਉਹ ਵਾਹਿਗੁਰੂ ਜੋ ਦਾਤਾਂ ਦੇਣ ਵਾਲਾ ਹੈ ਉਹਦੇ ਬਾਰੇ ਕੀ ਵਿਚਾਰ ਕੀਤੀ ਜਾ ਸਕਦੀ ਹੈ। ਉਹ ਵਾਹਿਗੁਰੂ ਤੇ ਬੜਾ ਹੀ ਬੇਅੰਤ ਹੈ, ਉਸ ਦੀ ਵਡਿਆਈਆਂ ਦਾ, ਉਸ ਦੇ ਗੁਣਾਂ ਦਾ ਕੋਈ ਸ਼ੁਮਾਰ ਨਹੀਂ, ਕੋਈ ਗਿਣਤੀ ਨਹੀਂ, ਕੋਈ ਅੰਦਾਜ਼ਾ ਨਹੀਂ, ਕੋਈ ਅੰਤ ਨਹੀਂ। ਸੰਬਤ ਅਰਥਾਤ ਸਾਲ, ਸਾਹਾ ਅਰਥਾਤ ਦਿਨ, ਲਿਖਿਆ ਮਿਲ ਕਰ ਪਾਵੋ ਤੇਲ। ਇੱਥੇ ਗੁਰੂ ਸਾਹਿਬ ਨੇ ਸਾਡੇ ਸਮਾਜ ਵਿੱਚ ਜੋ ਸ਼ਾਦੀ ਵਿਆਹ ਦੀ ਰਸਮ ਹੁੰਦੀ ਹੈ ਉਸ ਦਾ ਅਲੰਕਾਰ ਵਰਤਿਆ ਹੈ, ਉਸ ਨੂੰ ਉਦਾਹਰਣ ਵਜੋਂ ਵਰਤਿਆ ਹੈ ਤਾਂ ਕਿ ਅਸੀਂ ਇਸ ਗੱਲ ਨੂੰ ਸਮਝ ਸਕੀਏ। ਅਸੀਂ ਜਾਣਦੇ ਹਾਂ ਔਰਤ ਤੇ ਮਰਦ ਦਾ ਆਨੰਦ ਕਾਰਜ ਹੁੰਦਾ ਹੈ। ਜਿਹੜੀ ਜੀਵਾਤਮਾ ਹੈ ਉਹ ਨਾ ਔਰਤ ਹੈ ਨਾ ਮਰਦ ਹੈ। ਜਿਹੋ ਜਿਹੀ ਜੀਵਾਤਮਾ ਔਰਤਾਂ ਵਿੱਚ ਹੈ ਉਹੋ ਜਿਹੀ ਜੀਵਾਤਮਾ ਮਰਦਾਂ ਵਿੱਚ ਵੀ ਹੈ। ਤੇ ਜੋ ਪਰਮਾਤਮਾ ਹੈ, ਪਰਮਾਤਮਾ ਨਾ ਇਸਤਰੀ ਹੈ ਤੇ ਨਾ ਮਰਦ ਹੈ। ਪਰ ਕਿਉਂਕਿ ਔਰਤ ਔਰ ਮਰਦ ਦੇ ਮਿਲਾਪ ਤੋਂ ਅਸੀਂ ਭਲੀ ਭਾਂਤ ਜਾਣਦੇ ਹਾਂ, ਔਰਤ ਦਾ ਪਤਨੀ ਦਾ ਮਿਲਾਪ ਜਿਹੜਾ ਹੈ, ਜਦੋਂ ਆਨੰਦ ਕਾਰਜ ਹੁੰਦਾ ਹੈ, ਵਿਆਹ ਸ਼ਾਦੀ ਹੁੰਦੀ ਹੈ, ਉਸ ਦਿਨ ਨੂੰ ਬੜਾ ਖੁਸ਼ੀਆਂ ਵਾਲਾ, ਭਾਗਾਂ ਵਾਲਾ ਮੰਨਿਆ ਜਾਂਦਾ ਹੈ। ਇੱਕ ਨਵਾਂ ਜੀਵਨ ਸ਼ੁਰੂ ਹੁੰਦਾ ਹੈ। ਸੋ ਗੁਰੂ ਸਾਹਿਬ ਨੇ ਇਸ ਵਰਤਾਰੇ ਨੂੰ ਵਰਤ ਕੇ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਵੇਂ ਪਤੀ ਪਤਨੀ ਮਿਲ ਕੇ ਇੱਕ ਦੂਜੇ ਨੂੰ ਮਿਲ ਕੇ ਬੜੇ ਖੁਸ਼ ਹੁੰਦੇ ਹਨ, ਬੜਾ ਆਨੰਦ ਮਾਣਦੇ ਹਨ, ਇਸੀ ਤਰ੍ਹਾਂ ਜਦੋਂ ਜੀਵ ਆਤਮਾ ਦਾ ਮਿਲਾਪ ਪਰਮਾਤਮਾ ਨਾਲ ਹੋ ਜਾਂਦਾ ਹੈ ਤੇ ਇਸ ਜਿੰਦ ਨੂੰ ਵੀ ਸੁੱਖ ਤੇ ਸਕੂਨ ਮਿਲ ਜਾਂਦਾ ਹੈ। ਵਿਆਹ ਤੋਂ ਪਹਿਲੇ ਜੋ ਲੜਕੀ ਹੈ ਉਹਨੂੰ ਮਾਈਆਂ ਲਾਇਆ ਜਾਂਦਾ ਹੈ, ਉਹਦੇ ਸਿਰ ਵਿੱਚ ਤੇਲ ਪਾਇਆ ਜਾਂਦਾ ਹੈ ਤੇ ਘਰ ਦੀਆਂ ਜਿਹੜੀਆਂ ਵੱਡੀਆਂ ਬੀਬੀਆਂ ਹੁੰਦੀਆਂ ਹਨ, ਜਿਵੇਂ ਉਹਦੀ ਮਾਸੀਆਂ ਹੋ ਗਈਆਂ, ਭੂਆ ਹੋ ਗਈ, ਚਾਚੀਆਂ, ਤਾਈਆਂ, ਭਰਜਾਈਆਂ, ਸਾਰੀਆਂ ਉਹਨੂੰ ਮਾਈਆਂ ਲਾਉਂਦੀਆਂ ਹਨ, ਉਹਨੂੰ ਇਸ਼ਨਾਨ ਕਰਾਉਂਦੀਆਂ ਹਨ ਤੇ ਤੇਲ ਪਾਉਂਦੀਆਂ ਹਨ। ਫਿਰ ਨਾਲ ਸੁਹਾਗ ਦੇ ਉਸੀ ਰਾਤ ਗੀਤ ਗਾਉਂਦੀਆਂ ਹਨ। ਇਹਨਾਂ ਗੀਤਾਂ ਵਿੱਚ ਰਲਵੇਂ ਜਜ਼ਬਾਤ ਹੁੰਦੇ ਹਨ। ਇੱਕ ਜਜ਼ਬਾ ਤੇ ਉਹ ਹੁੰਦਾ ਹੈ ਜੋ ਵਿਛੋੜੇ ਦਾ, ਕਿ ਲੜਕੀ ਨੇ ਆਪਣੇ ਭੈਣਾਂ ਭਰਾਵਾਂ ਨੂੰ, ਸਹੇਲੀਆਂ ਨੂੰ, ਰਿਸ਼ਤੇਦਾਰਾਂ ਨੂੰ ਛੱਡ ਕੇ ਪਤੀ ਦੇ ਘਰ ਜਾਣਾ ਹੈ। ਤੇ ਦੂਜੇ ਬੰਨੇ ਇਹਨਾਂ ਗੀਤਾਂ ਵਿੱਚ ਇੱਕ ਖੁਸ਼ੀ ਤੇ ਆਸ ਵੀ ਹੁੰਦੀ ਹੈ ਤੇ ਅਸੀਸ ਵੀ ਹੁੰਦੀ ਹੈ ਕਿ ਜਿਹੜੀ ਉਹਨਾਂ ਦੀ ਬੱਚੀ ਹੈ ਉਹ ਪਤੀ ਘਰ ਜਾ ਕੇ, ਸਹੁਰੇ ਘਰ ਜਾ ਕੇ ਸੁਖੀ ਵਸੇ। ਸੋ ਗੁਰੂ ਸਾਹਿਬ ਨੇ ਸਮਝਾਇਆ ਹੈ ਕਿ ਧਰਤੀ ਤੇ ਸਾਡਾ ਵਸੇਬਾ ਜਿਹੜਾ ਹੈ ਉਹ ਇੱਕ ਕਿਸਮ ਦਾ ਇਵੇਂ ਹੈ ਜਿਵੇਂ ਸਾਡਾ ਪੇਕਾ ਘਰ ਹੈ, ਤੇ ਮੌਤ ਤੋਂ ਬਾਅਦ ਜਿੱਥੇ ਅਸੀਂ ਜਾਣਾ ਹੈ ਪਰਮਾਤਮਾ ਨਾਲ, ਜਿੱਥੇ ਪਰਲੋਕ ਹੈ, ਜੋ ਵੀ ਉਹਨੂੰ ਗੁਰੂ ਸਾਹਿਬ ਨੇ ਕਿਹਾ ਕਿ ਉਹ ਸਹੁਰਾ ਘਰ ਹੈ। ਜਿਵੇਂ ਜਿਹੜੀ ਲੜਕੀ ਚੱਜ ਆਚਾਰ ਸਿੱਖ ਕੇ ਪੇਕੇ ਘਰ ਵਿੱਚ ਜਾਂਦੀ ਹੈ ਉਹ ਸਹੁਰੇ ਘਰ ਸੁਖੀ ਵਸਦੀ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਨੇ ਕਿ ਇਸ ਪੇਕੇ ਘਰ 'ਚ ਵੀ ਸਾਨੂੰ ਸਤਸੰਗਤ ਕਰਕੇ ਗੁਰਮੁਖਾਂ ਕੋਲ ਰਹਿ ਕੇ ਉਹਨਾਂ ਦੀਆਂ ਅਸੀਸਾਂ ਲੈਣੀਆਂ ਚਾਹੀਦੀਆਂ ਹਨ ਤੇ ਉਹਨਾਂ ਕੋਲੋਂ ਚੱਜ ਆਚਾਰ ਸਿੱਖਣਾ ਚਾਹੀਦਾ ਹੈ। ਸੋ ਗੁਰੂ ਸਾਹਿਬ ਕਹਿੰਦੇ ਹਨ, ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ। ਜਿਵੇਂ ਵਿਆਹ ਦਾ ਸਾਲ ਅਤੇ ਸਾਹਾ ਦਿਨ ਨਿਯਤ ਕੀਤਾ ਜਾਂਦਾ ਹੈ ਤੇ ਫਿਰ ਸਖੀਆਂ ਜਿਹੜੀਆਂ ਬੀਬੀਆਂ ਤੇਲ ਪਾਉਂਦੀਆਂ ਹਨ, ਅਸੀਸਾਂ ਪਾਉਂਦੀਆਂ ਹਨ, ਅਸੀਸਾਂ ਦਿੰਦੀਆਂ ਹਨ ਤੇ ਕਹਿੰਦੇ ਦੇਹੋ ਸਜਣ ਅਸੀਸੜੀਆਂ ਜੀ ਹੋਵੇ ਸਾਹਿਬ ਸਿਉ ਮੇਲ। ਹੁਣ ਗੁਰੂ ਸਾਹਿਬ ਉਸ ਸਮਾਜਿਕ ਰਸਮ ਨੂੰ ਵਰਤ ਕੇ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਹੇ ਭਾਈ, ਜਿਸ ਦਿਨ ਮੌਤ ਰੂਪੀ ਲਾੜੇ ਨੇ ਇਸ ਜਿੰਦ ਰੂਪੀ ਜਿਹੜੀ ਲੜਕੀ ਹੈ ਕੁੜੀ ਨੂੰ ਵਿਆਹ ਕੇ ਲੈ ਜਾਣਾ ਹੈ, ਉਹ ਸੰਬਤ ਤੇ ਉਹ ਸਾਹਾ ਲਿਖਿਆ ਹੋਇਆ ਹੈ, ਅਰਥਾਤ ਉਹ ਸਾਲ ਅਤੇ ਉਹ ਦਿਨ ਇੱਥੋਂ ਟੁਰ ਜਾਣ ਦਾ ਧਰਤੀ ਤੋਂ ਉਹ ਮਿਥਿਆ ਹੋਇਆ ਹੈ, ਫਿਕਸਡ ਹੈ। ਇਸ ਕਰਕੇ ਹੇ ਮੇਰੀ ਸਖੀਓ, ਹੇ ਮੇਰੀ ਸਤਸੰਗੀ ਸਹੇਲੀਓ, ਮਿਲ ਕਰ ਪਾਵੋ ਤੇਲ। ਤੁਸੀਂ ਰਲ ਮਿਲ ਕੇ ਮੈਨੂੰ ਅਸੀਸਾਂ ਦੇਵੋ, ਮੇਰੇ ਸਿਰ 'ਚ ਤੇਲ ਪਾਓ, ਅਰਥਾਤ ਉਹ ਵਾਲੀ ਰਸਮ ਨਿਭਾਓ। ਤੇ ਦੇਹੋ ਸਜਣ ਅਸੀਸੜੀਆਂ, ਸੋਹਣੀਆਂ ਹੇ ਸੱਜਣ ਸਤਸੰਗੀਓ,
ਮੈਨੂੰ ਸੋਹਣੀਆਂ ਅਸੀਸਾਂ ਦਵੋ, ਜਿਉ ਹੋਵੇ ਸਾਹਿਬ ਸਿਉ ਮੇਲ। ਜਿਸ ਰਾਹੀਂ ਤੁਹਾਡੀ ਅਸੀਸਾਂ ਰਾਹੀਂ ਮੇਰਾ ਮੇਰੇ ਮਾਲਿਕ ਦੇ ਨਾਲ, ਪਤੀ ਦੇ ਨਾਲ ਮੇਲ ਹੋ ਜਾਵੇ। ਜਿਵੇਂ ਘਰ 'ਚ ਵੱਡੀਆਂ ਬੀਬੀਆਂ ਲੜਕੀ ਨੂੰ ਅਸੀਸਾਂ ਦਿੰਦੀਆਂ ਹਨ ਕਿ ਤੂੰ ਸਹੁਰੇ ਘਰ ਜਾ ਕੇ ਸੁਖੀ ਵਸ, ਇਸੀ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਨੇ ਵੀ ਸਾਨੂੰ ਸਤਸੰਗਤ ਵਿੱਚ ਜਾ ਕੇ ਗੁਰਮੁਖਾਂ ਦੀ ਸੇਵਾ ਕਰਨੀ ਚਾਹੀਦੀ ਹੈ ਅਤੇ ਗੁਰਮੁਖਾਂ ਕੋਲੋਂ ਅਸੀਸਾਂ ਲੈਣੀਆਂ ਚਾਹੀਦੀਆਂ ਹਨ, ਤਾਂ ਕਿ ਸਾਡਾ ਵੀ ਆਪਣੇ ਮਾਲਿਕ ਪਰਮਾਤਮਾ ਦੇ ਨਾਲ ਸਾਡਾ ਮੇਲ ਹੋ ਸਕੇ। ਅਤੇ ਜਿਹੜੀ ਜਿੰਦ ਰੂਪੀ ਜਿਹੜੀ ਹੈ ਲੜਕੀ ਹੈ, ਜਿੰਦ ਰੂਪੀ ਜੀਵਾਤਮਾ ਜਿਹੜੀ ਹੈ, ਉਹ ਪਤੀ ਰੂਪ ਪਰਮਾਤਮਾ ਦੇ ਨਾਲ ਮਿਲ ਕੇ ਸਦੀਵੀ ਸੁੱਖ ਪ੍ਰਾਪਤ ਕਰ ਸਕੇ। ਫਿਰ ਅੱਗੇ ਗੁਰੂ ਸਾਹਿਬ ਸਮਝਾਉਂਦੇ ਹਨ, ਘਰ ਘਰ ਇਹੋ ਪਹੁੰਚਾ, ਘਰ ਘਰ ਵਿੱਚ ਅਰਥਾਤ ਹਰ ਇੱਕ ਘਰ ਵਿੱਚ ਵਾਰੀਆਂ ਲੱਗੀਆਂ, ਹਰ ਇੱਕ ਘਰ ਵਿੱਚ ਪਹੁੰਚਾ ਅਰਥਾਤ ਇਹ ਇਨਵੀਟੇਸ਼ਨ ਕਾਰਡ, ਵੈਡਿੰਗ ਕਾਰਡ। ਪਹੁੰਚਾ ਦਾ ਅਰਥ ਹੈ ਸੱਦਾ ਪੱਤਰ। ਸੱਦੜੇ ਨਿਤ ਭਵਨ, ਇਹ ਜਿਹੜੇ ਇਨਵੀਟੇਸ਼ਨ ਨੇ, ਸੱਦੇ ਨੇ ਕਿਹਦੇ ਵੱਲੋਂ? ਸੱਦਣਹਾਰਾ ਵਾਹਿਗੁਰੂ ਸੱਦ ਰਿਹਾ ਵੀ ਆਓ ਪਤੀ ਦੇ ਘਰ ਜਾਣਾ ਹੈ। ਸੋ ਇਹ ਪਹੁੰਚਾ ਜਿਹੜਾ ਹੈ ਅਰਥਾਤ ਮੌਤ, ਇਸ ਧਰਤੀ ਤੋਂ ਚਲੇ ਜਾਣ ਦਾ ਦਿਨ। ਇਹ ਜਿਹੜੇ ਸੱਦੇ ਨੇ, ਇਹ ਜਿਹੜੇ ਵੈਡਿੰਗ ਕਾਰਡ ਨੇ, ਇਹ ਰੋਜ਼ ਰੋਜ਼ ਘਰਾਂ ਵਿੱਚ ਆ ਰਹੇ ਹਨ। ਅਸੀਂ ਜਾਣਦੇ ਹਾਂ ਹਰ ਮਨੁੱਖ ਦਾ ਸਰਕਲ ਛੋਟਾ ਵੱਡਾ ਹੁੰਦਾ ਹੈ, ਅਤੇ ਸਾਡੇ ਸਰਕਲ ਵਿੱਚ ਅਸੀਂ ਦੇਖਦੇ ਹਾਂ ਘੇਰੇ ਵਿੱਚ ਕਦੀ ਕੋਈ ਜਨਮ ਹੋ ਗਿਆ, ਕਦੀ ਕੋਈ ਮਰਨ ਹੋ ਗਿਆ। ਪਰ ਜਿਹੜੇ ਗੁਰਮੁਖ ਨੇ ਉਹ ਤਾਂ ਸਾਰੀ ਖਲਕਤ ਨੂੰ ਆਪਣਾ ਪਰਿਵਾਰ ਸਮਝਦੇ ਨੇ, ਅਤੇ ਜੇ ਅਸੀਂ ਆਪਣਾ ਘੇਰਾ ਵੱਡਾ ਕਰੀਏ ਅਤੇ ਅਸੀਂ ਸਾਰੀ ਧਰਤੀ ਨੂੰ ਸਮੇਟਣ ਦੀ ਕੋਸ਼ਿਸ਼ ਕਰੀਏ, ਅਤੇ ਅਸੀਂ ਮਹਿਸੂਸ ਕਰਾਂਗੇ ਕਿ ਹਰ ਘੜੀ, ਹਰ ਸਕਿੰਟ ਕੋਈ ਨਵਾਂ ਪ੍ਰਾਣੀ ਜੰਮ ਰਿਹਾ ਅਤੇ ਕੋਈ ਨਵਾਂ ਪ੍ਰਾਣੀ ਇੱਥੋਂ ਜਾ ਰਿਹਾ। ਇਹ ਜਿਹੜਾ ਪ੍ਰਸੰਗ ਹੈ, ਇਹ ਦੌਰ ਹੈ, ਇਹ ਜਿਹੜੀ ਇਹ ਕਿਰਿਆ ਹੈ, ਇਹ ਲਗਾਤਾਰ ਬਿਨਾਂ ਰੋਕ ਟੋਕ ਹਰ ਵੇਲੇ ਚੱਲਦੀ ਪਈ ਹੈ। ਹਰ ਵੇਲੇ ਕਿਤੇ ਨਾ ਕਿਤੇ ਜਨਮ ਹੋ ਰਿਹਾ ਹੈ, ਹਰ ਇੱਕ ਵੇਲੇ ਕਿਤੇ ਨਾ ਕਿਤੇ ਮਰਨ ਹੋ ਰਿਹਾ ਹੈ। ਸੋ ਇਹ ਪਰਮਾਤਮਾ ਦੀ ਅਕਾਲ ਪੁਰਖ ਦੀ ਅਦੁੱਤੀ ਖੇਡ ਹੈ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਸੱਦਣਹਾਰਾ ਸਿਮਰਿਐ। ਉਹ ਜਿਹੜਾ ਵਾਹਿਗੁਰੂ ਸੱਦਣਹਾਰਾ ਹੈ, ਜਿਹਦੇ ਬਾਰੇ ਗੁਰੂ ਸਾਹਿਬ ਇੱਕ ਜਗ੍ਹਾ ਹੋਰ ਕਹਿੰਦੇ ਹਨ, ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ। ਅਰਥਾਤ ਪਰਮਾਤਮਾ ਦੇ ਭੇਜੇ ਹੀ ਅਸੀਂ ਉਹਦੇ ਹੁਕਮ ਅਨੁਸਾਰ ਇਸ ਧਰਤੀ 'ਤੇ ਜਨਮ ਲੈਂਦੇ ਹਾਂ, ਅਤੇ ਜਦੋਂ ਵਾਹਿਗੁਰੂ ਹੁਕਮ ਕਰਦਾ ਹੈ, ਸਾਨੂੰ ਸੱਦਦਾ, ਅਤੇ ਅਸੀਂ ਇੱਥੋਂ ਕੂਚ ਕਰ ਜਾਂਦੇ ਹਾਂ। ਸੋ ਗੁਰੂ ਸਾਹਿਬ ਕਹਿੰਦੇ ਨੇ ਸੱਦਣਹਾਰਾ ਸਿਮਰਿਐ। ਹੇ ਭਾਈ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਾਨੂੰ ਸਾਰਿਆਂ ਨੂੰ ਸਿਮਰਨਾ ਚਾਹੀਦਾ ਹੈ, ਉਹਦਾ ਸਿਮਰਨ ਕਰਨਾ ਚਾਹੀਦਾ ਹੈ, ਉਹਦੀ ਸਿਫਤ ਸਲਾਹ ਦੇ ਗੀਤ ਗਾਉਣੇ ਚਾਹੀਦੇ ਹਨ। ਨਾਨਕ ਸੇ ਦੇਹ ਆਵਨ, ਸੇ ਦੇਹ ਮੈਨੇ ਉਹ ਦਿਨ। ਹੇ ਭਾਈ, ਉਹ ਦਿਨ ਆਂਢ ਗੁਆਂਢ 'ਤੇ ਆ ਗਏ, ਰਿਸ਼ਤੇਦਾਰਾਂ 'ਚ ਵੀ ਆ ਗਏ। ਅਸੀਂ ਰੋਜ਼ ਸੁਣਦੇ ਹਾਂ, ਕਦੀ ਕੋਈ ਰਿਸ਼ਤੇਦਾਰ ਕੂਚ ਕਰ ਗਿਆ, ਕਦੀ ਮੁਹੱਲੇ 'ਚ ਕੋਈ ਹੋਰ ਕੂਚ ਕਰ ਗਿਆ, ਪਰ ਕਹਿੰਦੇ ਹੇ ਨਾਨਕ ਸੇ ਦੇਹ, ਉਹ ਦਿਨ ਜਿਹੜੇ ਨੇ ਮੇਰੇ ਵਾਸਤੇ, ਸਾਡੇ ਵਾਸਤੇ ਆਵਨ, ਉਹ ਵੀ ਆਉਣ ਵਾਲੇ ਨੇ। ਕੋਈ ਪਤਾ ਨਹੀਂ ਕਦੋਂ ਇੱਥੋਂ ਦੀ ਜਾਣ ਦਾ ਸੱਦਾ ਆ ਜਾਏ। ਇਸ ਕਰਕੇ ਜੋ ਸਵਾਸ ਪਰਮਾਤਮਾ ਨੇ ਦਿੱਤੇ ਨੇ, ਉਹਨਾਂ ਨੂੰ ਗੁਰਬਾਣੀ ਪੜ੍ਹਨ ਨੂੰ, ਗੁਰਬਾਣੀ ਗਾਉਣ ਨੂੰ, ਪਰਮਾਤਮਾ ਦੇ ਸਿਫਤ ਸਲਾਹ ਦੇ ਗੀਤ ਗਾਉਣ ਨੂੰ, ਉਹਦਾ ਸਿਮਰਨ ਕਰਨ ਨੂੰ ਸਾਨੂੰ ਵਰਤਣੇ ਚਾਹੀਦੇ ਹਨ। ਸੋ ਪਿਆਰੇ ਸਤਸੰਗੀਓ, ਇਹ ਸੀ ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਪਹਿਲੇ ਸ਼ਬਦ ਦਾ ਅਰਥਬੋਧ। ਆਉਣ ਵਾਲੇ ਸਮੇਂ ਵਿੱਚ ਅਗਲੇ ਕਿਸ਼ਤ ਵਿੱਚ ਜਿਹੜਾ ਸੋਹਿਲਾ ਸਾਹਿਬ ਦੀ ਬਾਣੀ ਦੇ ਅਗਲੇ ਸ਼ਬਦ ਨੇ, ਉਹ ਇਸੇ ਤਰ੍ਹਾਂ ਅਰਥਾਂ ਦੇ ਸਮੇਤ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।